ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ। ਉਮੀਦ ਕਰਦੇ ਹਾਂ ਸਾਰੇ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਪਿਆਰਿਓ, ਅੱਜ ਮੈਂ ਜਿਸ ਟੌਪਿਕ 'ਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਆਇਆ ਹਾਂ, ਜਿਸ ਵਿਸ਼ੇ 'ਤੇ ਮੈਂ ਗੱਲ ਕਰਾਂਗਾ, ਉਹ ਵਿਸ਼ਾ ਹੈ ਗੁਰਬਾਣੀ ਅਤੇ ਭਗਤ ਬਾਣੀ ਵਿੱਚ ਅੰਤਰ ਸਮਝਣ ਵਾਲਿਆਂ ਨੂੰ ਜਾਂ ਫਰਕ ਕਰਨ ਵਾਲਿਆਂ ਨੂੰ ਜ਼ਰੂਰੀ ਬੇਨਤੀਆਂ ਜਾਂ ਫਰਕ ਕਰਨ ਵਾਲਿਆਂ ਨੂੰ ਜਵਾਬ। ਇਹ ਵਿਸ਼ਾ ਮੇਰੇ ਲਈ ਜ਼ਰੂਰੀ ਇਸ ਵਾਸਤੇ ਬਣ ਗਿਆ ਕਿਉਂਕਿ ਪਿੱਛੇ ਜੇ ਮੈਂ ਕਿਸੇ ਪ੍ਰਚਾਰਕ ਦੀ ਕੋਈ ਵਿਚਾਰ ਸੁਣ ਰਿਹਾ ਸੀ। ਮੈਂ ਪ੍ਰਚਾਰਕ ਦੀ ਵਿਚਾਰ ਸੁਣ ਰਿਹਾ ਸੀ ਅਤੇ ਉਹ ਪ੍ਰਚਾਰਕ ਵਿਚਾਰ ਕਰਦੇ ਕਰਦੇ, ਕਥਾ ਕਰਦੇ ਕਰਦੇ ਉਹਨਾਂ ਨੇ ਇਹ ਲਫ਼ਜ਼ ਵਰਤੇ ਕਿ ਭਗਤਾਂ ਦੀ ਬਾਣੀ ਨੂੰ ਆਪਾਂ ਗੁਰਬਾਣੀ ਦਾ ਦਰਜਾ ਨਹੀਂ ਦੇ ਸਕਦੇ ਜਾਂ ਗੁਰਬਾਣੀ ਦੇ ਬਰਾਬਰ ਨਹੀਂ ਸਮਝ ਸਕਦੇ, ਗੁਰੂਆਂ ਦੀ ਬਾਣੀ ਦੇ ਬਰਾਬਰ ਨਹੀਂ ਸਮਝੀ ਜਾ ਸਕਦੀ। ਅਤੇ ਪਿਆਰਿਓ, ਮੈਂ ਉਸ ਟਾਈਮ ਵੀ ਉਸ ਪ੍ਰਚਾਰਕ ਦਾ ਨੰਬਰ ਲੈ ਕੇ ਇੱਥੋਂ ਇੰਗਲੈਂਡ ਤੋਂ ਹੀ, ਮੈਂ ਉਸ ਟਾਈਮ ਵੀ ਇੰਗਲੈਂਡ ਵਿੱਚ ਸਾਂ, ਤਾਂ ਮੈਂ ਇੱਥੋਂ ਹੀ ਉਸ ਪ੍ਰਚਾਰਕ ਦੇ ਨਾਲ ਰਾਬਤਾ ਕਾਇਮ ਕੀਤਾ, ਗੱਲ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਵਿਚਾਰ ਸੁਣੀ ਹੈ ਅਤੇ ਤੁਸੀਂ ਆਹ ਗੱਲ ਕਹੀਏ, ਮੈਂ ਤੁਹਾਡੇ ਨਾਲ ਵਿਚਾਰ ਕਰਨੀ ਹੈ, ਤਾਂ ਉਹਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਜੀ ਜੋ ਕਹਿਣਾ ਸੀ ਮੈਂ ਆਪਣੀ ਕਥਾ ਦੇ ਵਿੱਚ ਵਿਚਾਰ ਰੱਖ ਦਿੱਤੀ ਹੈ, ਤੁਹਾਡੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ, ਤੁਸੀਂ ਆਪਣੀ ਵਿਚਾਰ ਪੇਸ਼ ਕਰ ਦਿਓ। ਫੋਨ ਕੱਟ ਦਿੱਤਾ ਇਹ ਗੱਲ ਕਹਿ ਕੇ। ਅਤੇ ਫਿਰ ਮੈਂ ਦੁਬਾਰਾ ਮੈਸੇਜ ਰਾਹੀਂ ਗੱਲ ਕੀਤੀ, ਪਰ ਉਹਨੇ ਜਵਾਬ ਨਹੀਂ ਕੋਈ ਦਿੱਤਾ ਅਤੇ ਮੈਨੂੰ ਬਲੌਕ ਕਰ ਦਿੱਤਾ। ਅਤੇ ਫਿਰ ਮੇਰੇ ਮਨ 'ਚ ਆਇਆ, ਮੈਂ ਕਿਉਂ ਨਾ ਬਈ ਠੀਕ ਹੈ, ਮੈਂ ਵੀ ਆਪਣੀ ਵੀਡੀਓ ਬਣਾ ਕੇ ਆਪਣੇ YouTube ਚੈਨਲ 'ਤੇ ਪਾ ਦਿੰਦਾ ਹਾਂ, ਅਤੇ ਤੁਸੀਂ ਇਹ ਹੁਣ ਫਰਜ਼ ਸਮਝਣਾ, ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਇਹੋ ਜਿਹੇ ਪ੍ਰਚਾਰਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਦੇਖੋ, ਜਿਹੜੇ ਪ੍ਰਚਾਰਕ ਇਹ ਸੋਚ ਰੱਖਦੇ ਨੇ, ਚਾਹੇ ਉਹ ਪ੍ਰਚਾਰਕ ਨੇ, ਚਾਹੇ ਕਈ ਆਮ ਲੋਕ ਵੀ, ਕਈ ਲੋਕ ਵੀ ਜਿਹੜੇ ਨਹੀਂ ਪ੍ਰਚਾਰਕ ਖਿੱਤੇ ਨਾਲ ਜੁੜੇ ਹੋਏ, ਉਹਨਾਂ ਦੇ ਮਨਾਂ ਵਿੱਚ ਵੀ ਕਈਆਂ 'ਚ ਫਰਕ ਹੈ। ਉਹਨਾਂ ਸਾਰਿਆਂ ਨੂੰ ਅੱਜ ਮੈਂ ਜਵਾਬ ਦੇਣਾ ਚਾਹੁੰਦਾ ਜਿਹੜੇ ਇੱਦਾਂ ਦੀ ਸੋਚ ਰੱਖਦੇ ਨੇ। ਦੇਖੋ, ਪਹਿਲੀ ਗੱਲ ਤਾਂ ਇਹ ਜਿਨ੍ਹਾਂ ਨੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੋਵੇਗਾ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਹੋਵੇਗਾ, ਬਾਣੀ ਨੂੰ ਪੜ੍ਹਿਆ ਹੋਵੇਗਾ, ਤਾਂ ਇੱਕ ਗੱਲ ਤੁਸੀਂ ਜ਼ਰੂਰ ਨੋਟ ਕੀਤੀ ਹੋਣੀ ਹੈ ਬਾਣੀ ਵਿੱਚ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ, ਚਾਹੇ ਗੁਰੂ ਨਾਨਕ ਪਾਤਸ਼ਾਹ, ਚਾਹੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਭਾਵ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ ਨੌਵੇਂ, ਇਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਹਨਾਂ ਸਤਿਗੁਰਾਂ ਦੀ। ਇਹਨਾਂ ਦੀ ਜੋ ਬਾਣੀ ਹੈ, ਤੁਸੀਂ ਜਦੋਂ ਪੜ੍ਹੋਗੇ ਤਾਂ ਨੋਟ ਕਰਿਓ, ਇੱਕ ਗੱਲ ਤੁਹਾਡੇ ਸਾਹਮਣੇ ਆਵੇਗੀ ਕਿ ਬਹੁਤ ਸਾਰੇ ਸ਼ਬਦ, ਬਹੁਤ ਸਾਰੀਆਂ ਪੰਗਤੀਆਂ ਜਾਂ ਬਹੁਤ ਸਾਰੇ ਲਫ਼ਜ਼ ਇਹੋ ਜਿਹੇ ਨੇ ਗੁਰਬਾਣੀ ਵਿੱਚ, ਗੁਰੂਆਂ ਦੀ ਬਾਣੀ ਵਿੱਚ, ਜਿਹੜੇ ਸੇਮ ਟੂ ਸੇਮ, ਜਿਸ ਤਰ੍ਹਾਂ ਜਿਹੜੇ ਭਗਤਾਂ ਦੀ ਬਾਣੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੇ ਸਰਲੇਖ ਹੇਠ ਬਾਣੀ ਆਉਂਦੀ ਹੈ, ਸਤਿਗੁਰੂ ਰਵਿਦਾਸ, ਸਤਿਗੁਰੂ ਨਾਮਦੇਵ, ਸਤਿਗੁਰੂ ਕਬੀਰ ਜੀ ਦੀ, ਇਹਨਾਂ ਦੀ ਜੋ ਬਾਣੀ ਹੈ ਸੇਮ ਇਹਨਾਂ ਦੀ ਬਾਣੀ ਦੇ ਤਰ੍ਹਾਂ ਦੇ ਹੀ ਹੈ, ਇਹਨਾਂ ਦੀ ਬਾਣੀ ਦੀ ਤਰ੍ਹਾਂ ਦੀਆਂ ਹੀ ਕਈ ਪੰਗਤੀਆਂ ਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਵਰਤੀਆਂ ਨੇ, ਲਿਖੀਆਂ ਹੋਈਆਂ ਨੇ। ਕਈ ਵਾਰ ਤਾਂ ਸੇਮ ਲੱਗਦਾ ਕਿ ਜਿਸ ਤਰ੍ਹਾਂ ਬਿਲਕੁਲ ਉਹੀ ਪੰਗਤੀ ਹੈ, ਜਾਂ ਕਈ ਲਫ਼ਜ਼ ਵੀ ਉਹੀ ਵਰਤੇ ਗਏ ਨੇ ਜਿਹੜੇ ਸਤਿਗੁਰੂ ਕਬੀਰ, ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ ਮਹਾਰਾਜ ਵਰਤਦੇ ਰਹੇ ਨੇ। ਉਹੀ ਤਰੀਕਾ, ਉਹੀ ਲਹਿਜਾ ਬਾਣੀ ਲਿਖਣ ਦਾ, ਬਾਣੀ ਉਚਾਰਨ ਦਾ, ਜਿਹੜਾ ਇਹਨਾਂ ਮਹਾਂਪੁਰਸ਼ਾਂ ਨੇ ਸ਼ੁਰੂ ਕੀਤਾ ਸੀ। ਇੱਕ ਹੋਰ ਗੱਲ ਤੁਸੀਂ ਨੋਟ ਕਰੋਗੇ, ਜਦੋਂ ਵੀ ਗੁਰਬਾਣੀ ਵਿੱਚ ਸਤਿਗੁਰੂ ਕਬੀਰ ਜੀ ਦਾ, ਸਤਿਗੁਰੂ ਰਵਿਦਾਸ ਜੀ ਦਾ, ਸਤਿਗੁਰੂ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ, ਕਈ ਸ਼ਬਦਾਂ ਦੇ ਵਿੱਚ ਤਾਂ ਸਿੱਧੇ ਤੌਰ 'ਤੇ ਮਹਾਰਾਜ ਨੇ ਇਹਨਾਂ ਦਾ ਨਾਮ ਲੈ ਕੇ ਸੰਬੋਧਨ ਕੀਤਾ ਹੈ, ਪਰ ਕਈ ਸ਼ਬਦਾਂ ਦੇ ਵਿੱਚ ਬੰਦ ਤੁਕੀ ਦੇ ਅਨੁਸਾਰ, ਭਾਵ ਜਿਹਦਾ ਕਵਿਤਾ ਦਾ ਇੱਕ ਰੂਪ ਹੁੰਦਾ ਹੈ, ਉਹਦੇ ਅਨੁਸਾਰ ਨਾਮ ਆਪਾਂ ਨਹੀਂ ਲਿਖ ਸਕਦੇ, ਪਰ ਉਹਨੇ ਇੱਥੇ ਇਹਨਾਂ ਸਾਰਿਆਂ ਦੇ ਲਈ ਇੱਕ ਲਫ਼ਜ਼ ਵਰਤ ਦਿੱਤਾ ਹੈ, ਭਗਤ। ਉਹ ਭਾਵ ਕਿ ਗੱਲ ਉਹ ਉਹਨਾਂ ਦੀ ਹੀ ਕਰ ਰਹੇ ਨੇ, ਜਿੱਥੇ ਇਸ ਤਰ੍ਹਾਂ ਦਾ ਵੀ ਆਵੇ, ਗੱਲ ਉਹ ਉਹਨਾਂ ਦੀ ਹੀ ਕਰ ਰਹੇ ਨੇ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕਰ ਗਏ ਨੇ, ਭਾਵ ਰਵਿਦਾਸ, ਕਬੀਰ, ਨਾਮਦੇਵ, ਜਿਨ੍ਹਾਂ ਦਾ ਜ਼ਿਕਰ ਕਰ ਗਏ ਨੇ। ਮਹਾਰਾਜ ਕਹਿੰਦੇ ਨੇ ਕਿ ਗੱਲ ਅਸੀਂ ਉਹਨਾਂ ਦੀ ਹੀ ਕਰ ਰਹੇ ਹਾਂ, ਉਹਨਾਂ ਭਗਤਾਂ ਦੀ ਹੀ ਕਰ ਰਹੇ ਹਾਂ। ਭਾਵ ਮੇਰਾ ਕਹਿਣ ਦਾ ਕਿ ਬਾਰ-ਬਾਰ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਗੁਰੂ ਮਹਾਰਾਜ ਆਪਣੀ ਬਾਣੀ ਵਿੱਚ ਇਹਨਾਂ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਆਏ ਨੇ। ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ ਇਸ ਤਰ੍ਹਾਂ ਦੀਆਂ ਪੰਗਤੀਆਂ ਦੇ ਨਾਲ। ਅਤੇ ਆਓ ਹੁਣ ਮੈਂ ਤੁਹਾਨੂੰ ਗੁਰਬਾਣੀ ਵਿੱਚੋਂ ਕੁਝ ਪੰਗਤੀਆਂ, ਕੁਝ ਤੁਹਾਡੇ ਨਾਲ ਸ਼ਬਦ ਸ਼ੇਅਰ ਕਰਾਂ, ਜਿਨ੍ਹਾਂ ਨੂੰ ਸੁਣ ਕੇ, ਸਮਝ ਕੇ ਤੁਸੀਂ ਆਪ ਫੈਸਲਾ ਕਰ ਲੈਣਾ ਕਿ ਜਿਹੜੇ ਇੱਦਾਂ ਦੀ ਸੋਚ ਰੱਖਦੇ ਨੇ ਪ੍ਰਚਾਰਕ ਵੀ ਬਾਣੀ ਬਰਾਬਰ ਨਹੀਂ ਭਗਤਾਂ ਦੀ, ਗੁਰੂਆਂ ਦੇ, ਉਹ ਸਹੀ ਨੇ ਜਾਂ ਗਲਤ ਨੇ। ਤੁਸੀਂ ਆਪ ਫੈਸਲਾ ਕਰ ਲੈਣਾ ਗੁਰਬਾਣੀ ਦੀਆਂ ਪੰਗਤੀਆਂ ਸੁਣ ਕੇ।
ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ, ਕਿਉਂਕਿ ਆਪਾਂ ਇਹ ਗੱਲ ਤਾਂ ਮੰਨਦੇ ਨਾ ਕਿ ਸਿਰਫ ਸਰੀਰ ਬਦਲੇ ਨੇ, ਜੋਤ ਇੱਕੋ ਹੀ ਹੈ, ਸੋਚ ਗਿਆਨ ਇੱਕੋ ਹੀ ਹੈ, ਸਿਰਫ ਸਰੀਰ ਬਦਲੇ ਨੇ 10। ਇਹ ਗੱਲ ਤਾਂ ਅਸੀਂ ਮੰਨਦੇ ਹਾਂ ਸਾਰੇ। ਅਤੇ ਫਿਰ ਉਹੀ ਗੁਰੂ ਨਾਨਕ ਪਾਤਸ਼ਾਹ ਆਪਣੇ ਪੰਜਵੇਂ ਸਰੂਪ ਵਿੱਚ ਆ ਕੇ ਇਹ ਗੱਲ ਕਹਿੰਦੇ ਨੇ, ਕਿਹੜੀ? ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਕਿ ਇਤਨੇ ਮਹਾਨ ਹੋ ਗਏ, ਇਤਨਾ ਉਹਨਾਂ ਦੇ ਗਿਆਨ ਦਾ ਲੈਵਲ ਪੱਧਰ ਉੱਚਾ ਹੋ ਗਿਆ ਰਵਿਦਾਸ ਜੀ ਦਾ, ਕਿ ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਚਰਨਾਂ ਵਿੱਚ ਆ ਕੇ ਪੈ ਗਏ, ਉਹਨਾਂ ਨੂੰ ਡੰਡੌਤਾਂ ਕਰਨ ਲੱਗ ਪਏ। ਅੱਗੇ ਸਤਿਗੁਰੂ ਇਸ ਸ਼ਬਦ ਵਿੱਚ ਆਖਦੇ ਨੇ, ਨਾਮਦੇਵ ਪ੍ਰੀਤ ਲੱਗੀ ਹਰ ਸੇਤੀ, ਨਾਮਦੇਵ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹੇ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਕਿ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਠ ਦੇਤੀ, ਉਹਨਾਂ ਦੇ ਵੱਲ ਪਿੱਠ ਕਰ ਲਿਆ ਅਕਾਲ ਪੁਰਖ ਨੇ, ਨਾਮਦੇਵ ਨੂੰ ਆਪਣੇ ਸੀਨੇ ਨਾਲ ਲਾ ਲਿਆ, ਭਾਵ ਆਪਣਾ ਗਿਆਨ ਦੇ ਦਿੱਤਾ, ਆਪਣਾ ਅਹਿਸਾਸ ਕਰਵਾ ਦਿੱਤਾ। ਅੱਗੇ ਦੇਖੋ ਪਾਤਸ਼ਾਹ ਇਸੇ ਸ਼ਬਦ ਵਿੱਚ ਕੀ ਫੈਸਲਾ ਦਿੰਦੇ ਨੇ ਕਿ ਜਿਤਨੇ ਭਗਤ ਹਰ ਸੇਵਕਾਂ, ਮੁੱਖ 68 ਤੀਰਥ ਤਿੰਨ ਤਿਲਕ ਕੜਾਏ। ਇਹਨਾਂ ਦਾ ਮੁੱਖ ਦੇਖਿਆ ਹੀ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਏ। ਇਹਨਾਂ ਦਾ ਮੁੱਖ ਦੇਖਿਆ ਹੀ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਏ। 68 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਇਹੋ ਜਿਹੇ ਭਗਤਾਂ ਦੇ ਦਰਸ਼ਨ ਕਰ ਲਓ, 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਜਨ ਨਾਨਕ ਕਹਿੰਦੇ ਨੇ ਕਿ ਜਨ ਨਾਨਕ ਤਿਨ ਕੋ ਅਨਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਜਨ ਨਾਨਕ ਤਿਨ ਕੋ ਅਨਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਕਹਿੰਦੇ ਨੇ ਨਾਨਕ ਤਾਂ ਹਰ ਦਿਨ, ਹਰ ਪਲ, ਹਰ ਸਮੇਂ ਇਹਨਾਂ ਦੀ ਸੇਵਾ ਵਿੱਚ ਰਹਿਣਾ ਚਾਹੁੰਦਾ ਏ, ਜੇ ਅਕਾਲ ਪੁਰਖ ਕਿਰਪਾ ਕਰਦੇ। ਦੇਖੋ ਅੱਗੇ ਇਸੇ ਅੰਗ 'ਤੇ ਜਾ ਕੇ ਸਤਿਗੁਰ ਕੀ ਆਖਦੇ ਨੇ, ਕਹਿੰਦੇ ਨੇ ਕਿ ਧੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਕਿ ਅਕਾਲ ਪੁਰਖ ਨੇ, ਉਸ ਪ੍ਰਭੂ ਨੇ ਧੁਰ ਦਰਗਾਹ ਤੋਂ ਇਹਨਾਂ ਭਗਤਾਂ ਨੂੰ ਅੰਮ੍ਰਿਤ ਰੂਪੀ ਭੰਡਾਰ, ਭਾਵ ਸੱਚ ਦਾ ਭੰਡਾਰ ਦੇ ਕੇ, ਗਿਆਨ ਦੇ ਕੇ, ਧੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭੰਡਾਰਾ। ਇਹਨਾਂ ਨੂੰ ਅੰਮ੍ਰਿਤ ਦਾ ਭੰਡਾਰ, ਸੱਚ ਦਾ ਭੰਡਾਰ ਧੁਰ ਦਰਗਾਹ ਤੋਂ ਉਸ ਅਕਾਲ ਪੁਰਖ ਨੇ ਬਖਸ਼ ਕੇ ਭੇਜਿਆ ਏ। ਅੱਗੇ ਸਤਿਗੁਰੂ ਆਖਦੇ ਨੇ ਕਿ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ। ਉਹ ਮੂਰਖ ਹੋਵੇਗਾ, ਉਹ ਪਸ਼ੂ ਹੋਵੇਗਾ, ਉਹ ਪਾਗਲ ਹੋਵੇਗਾ ਜਿਹੜਾ ਇਹੋ ਜਿਹੇ ਭਗਤਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰੇ। ਤਿੰਨ ਹਲਤ ਪਲਤ ਮੋਹਕਾਰਾ, ਉਹਦਾ ਲੋਕ ਪਰਲੋਕ ਹਲਤ ਪਲਤ ਵਿੱਚ ਮੂੰਹ ਕਾਲਾ ਹੋਵੇਗਾ ਜਿਹੜਾ ਇਹਨਾਂ ਭਗਤਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਹੁਣ ਆਪ ਸੋਚ ਲਓ ਕਿ ਗੁਰੂ ਮਹਾਰਾਜ ਨੇ ਤਾਂ ਫੈਸਲਾ ਦਿੱਤਾ ਹੈ ਕਿ ਜਿਹੜਾ ਇਹਨਾਂ ਦੀ ਰੀਸ ਕਰਨ ਦੀ ਵੀ ਕੋਸ਼ਿਸ਼ ਕਰੇ ਉਹਨਾਂ ਦਾ ਮੂੰਹ ਕਾਲਾ ਹੋਵੇਗਾ। ਅਤੇ ਜਿਹੜੇ ਇਹ ਆਖਦੇ ਨੇ, ਅਤੇ ਜਿਹੜੇ ਇੱਥੋਂ ਤੱਕ ਆਖਦੇ ਨੇ ਕਿ ਭਗਤ ਬਾਣੀ ਗੁਰਬਾਣੀ ਦੇ ਬਰਾਬਰ ਨਹੀਂ ਹੋ ਸਕਦੀ, ਉਹਨਾਂ ਦਾ ਕੀ ਹਾਲ ਹੋਵੇਗਾ। ਇੱਥੇ ਤਾਂ ਰੀਸ ਕਰਨ ਵਾਲਿਆਂ ਦਾ ਆਹ ਹਾਲ ਹੈ, ਅਤੇ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਨੇ, ਜਿਹੜੇ ਉਹਨਾਂ ਨੂੰ ਛੋਟਾ ਸਮਝਦੇ ਨੇ, ਤਾਂ ਉਹਨਾਂ ਦਾ ਕੀ ਹਾਲ ਹੋਵੇਗਾ, ਉਹ ਆਪਣੇ ਆਪ ਸੋਚ ਲੈਣ। ਗੁਰਬਾਣੀ ਦਾ ਹੋਰ ਸ਼ਬਦ ਸੁਣੋ, ਸਤਿਗੁਰੂ ਆਖਦੇ ਨੇ ਕਿ ਊਆ ਅਵਸਰ ਕੇ ਹਉ ਬਲ ਜਾਈ, ਆਠ ਪਹਿਰ ਆਪਣਾ ਪ੍ਰਭ ਸਿਮਰਨ, ਵੱਡ ਭਾਗੀ ਹਰ ਪਾਈ। ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਨ ਜਨ ਨਾਈ, ਊਚ ਤੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਨ ਆਈ। ਜ਼ਿਕਰ ਕਰ ਦਿੱਤਾ ਸਾਰੇ ਮਹਾਂਪੁਰਖਾਂ ਦਾ, ਸਤਿਗੁਰ ਰਵਿਦਾਸ, ਸਤਿਗੁਰ ਕਬੀਰ, ਨਾਮਦੇਵ ਜੀ ਦਾ, ਸਤਿਗੁਰ ਸੈਨ ਜੀ ਦਾ। ਅਤੇ ਅੱਗੇ ਲਾਸਟ ਵਿੱਚ ਫੈਸਲਾ ਕੀ ਦਿੰਦੇ ਨੇ ਕਿ ਸੰਤ ਪ੍ਰਤਾਪ ਭਰਮ ਸਭ ਨਾਸੇ। ਸੰਤਾਂ ਦੇ ਪ੍ਰਤਾਪ ਦੇ ਨਾਲ, ਸੰਤਾਂ ਦੀ ਕਿਰਪਾ ਦੇ ਨਾਲ, ਸੰਤਾਂ ਦੀ ਬਖਸ਼ਿਸ਼ ਦੇ ਨਾਲ ਸਾਰੇ ਹੀ ਭਰਮ ਦੂਰ ਹੋ ਗਏ। ਅਤੇ ਮਿਲਿਆ ਕੀ? ਸੰਤ ਪ੍ਰਤਾਪ ਭਰਮ ਸਭ ਨਾਸੇ, ਨਾਨਕ ਮਿਲੈ ਗੁਸਾਈ। ਨਾਨਕ ਵੀ ਉਸ ਗੁਸਾਈ ਨੂੰ ਮਿਲ ਗਏ, ਉਸ ਪਰਮੇਸ਼ਰ ਨੂੰ ਮਿਲ ਗਏ, ਉਸ ਵਿੱਚ ਅਭੇਦ ਹੋ ਗਏ। ਪਰ ਹੋਏ ਕਿਸ ਤਰ੍ਹਾਂ? ਸੰਤ ਪ੍ਰਤਾਪ ਭਰਮ ਸਭ ਨਾਸੇ। ਕਿਹੜੇ ਸੰਤਾਂ ਦੇ? ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਹੈ, ਨਾਮਦੇਵ, ਰਵਿਦਾਸ, ਕਬੀਰ ਜੀ, ਸੈਨ ਜੀ। ਭਾਵ ਮੇਰਾ ਕਹਿਣ ਦਾ ਕਿ ਬਾਰ-ਬਾਰ ਗੁਰੂ ਨਾਨਕ ਪਾਤਸ਼ਾਹ ਆਪਣੇ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਜਾਮੇ 'ਚ ਆ ਕੇ ਇਹਨਾਂ ਮਹਾਂਪੁਰਖਾਂ ਦੀ ਬਾਰ-ਬਾਰ ਉਸਤਤ ਕਰ ਰਹੇ ਨੇ, ਵਡਿਆਈ ਕਰ ਰਹੇ ਨੇ, ਇਹਨਾਂ ਨੂੰ ਵੱਡਾ ਦੱਸ ਰਹੇ ਨੇ। ਇਹ ਦੱਸ ਰਹੇ ਨੇ ਕਿ ਜਿਹੜਾ ਅਸੀਂ ਮਾਰਗ ਲੈ ਕੇ ਚੱਲੇ ਹਾਂ, ਜਿਹੜਾ ਅਸੀਂ ਰਸਤਾ ਲੈ ਕੇ ਚੱਲੇ ਹਾਂ, ਇਹ ਸਾਨੂੰ ਮਾਰਗ ਦਿਖਾਉਣ ਵਾਲੇ ਇਹ ਮਹਾਂਪੁਰਖ ਨੇ। ਇਹ ਬਾਰ-ਬਾਰ ਜ਼ਿਕਰ ਆਉਂਦਾ ਹੈ। ਅੱਗੇ ਸਤਿਗੁਰਾਂ ਦੀ ਬਾਣੀ ਸੁਣੋ। ਭਗਤ ਜਿਨ੍ਹਾਂ ਕੀ ਉੱਤਮ ਬਾਣੀ, ਭਗਤ ਜਿਨ੍ਹਾਂ ਕੀ ਉੱਤਮ ਬਾਣੀ। ਹੁਣ ਇਹਦੇ ਵਿੱਚ ਕੀ
ਭੇਦ ਰਹਿ ਗਿਆ ਏ? ਇਹਦੇ ਵਿੱਚ ਕੀ ਲੁਕੋ ਰਹਿ ਗਿਆ ਏ? ਜਿਹੜੇ ਕਹਿੰਦੇ ਨੇ ਕਿ ਬਾਣੀ ਬਰਾਬਰ ਨਹੀਂ, ਉਣੀ ਇਹ ਪੰਕਤੀਆਂ ਪੜ੍ਹੀਆਂ ਨਹੀਂ, ਉਣੀ ਇਹ ਪੰਕਤੀਆਂ ਵਿਚਾਰੀਆਂ ਨਹੀਂ, ਜਾਂ ਫਿਰ ਵਿਚਾਰ ਕੇ ਅਣਗੌਲੀਆਂ ਕੀਤੀਆਂ, ਜਾਂ ਫਿਰ ਤੁਹਾਡੇ ਹੰਕਾਰ ਨੇ ਤੁਹਾਨੂੰ ਸੱਚ ਸਮਝਣ ਨਹੀਂ ਦਿੱਤਾ, ਸੱਚ ਬੋਲਣ ਨਹੀਂ ਦਿੱਤਾ, ਜਾਂ ਫਿਰ ਤੁਸੀਂ ਬਾਣੀ ਦੀਆਂ ਪੰਕਤੀਆਂ ਆਪਣੇ ਹਿਸਾਬ ਦੇ ਨਾਲ ਅਰਥ ਕਰੀ ਜਾ ਰਹੇ ਹੋ ਪੰਕਤੀਆਂ ਦੇ। ਸਤਿਗੁਰ ਤਾਂ ਆਖ ਰਹੇ ਨੇ ਕਿ ਭਗਤ ਜਨਾਂ ਕੀ ਉੱਤਮ ਬਾਣੀ, ਗਾਵੈ ਕਥ ਕਥਾ ਨਿਤ ਨਿਆਰੀ, ਭਾਵ ਕਿ ਉੱਤਮ ਬਾਣੀ ਹੈ। ਅੱਗੇ ਸਤਿਗੁਰ ਦੇਖੋ ਫੈਸਲਾ ਦਿੰਦੇ ਨੇ ਕਿ ਸੰਤਨ ਮੋਕੋ ਮਾਰਗ ਪਾਇਆ, ਸਾਧ ਕਿਰਪਾ ਤੇ ਹਰ ਸੰਗ ਗਿਜਾਇਆ, ਕਿ ਸਾਨੂੰ ਮਾਰਗ ਸੰਤਾਂ ਨੇ ਪਾਇਆ ਹੈ। ਇਹਨਾਂ ਸਾਧੂਆਂ ਸੰਤਾਂ ਦੀ ਕਿਰਪਾ ਕਰਕੇ ਹਰ ਗਿਜਾਇਆ, ਹਰ ਸੰਗ ਗਿਜਾਇਆ, ਭਾਵ ਉਸ ਪ੍ਰਭੂ ਦੇ ਸੰਗ ਰਹਿਣਾ, ਸੱਚ ਦੇ ਨਾਲ ਜੁੜ ਕੇ ਰਹਿਣਾ। ਹੁਣ ਅਸੀਂ ਇਸ ਸੱਚ ਦੇ ਨਾਲ ਜੁੜਨਾ ਗਿੱਝ ਗਏ ਹਾਂ, ਭਾਵ ਸਾਡੀ ਹੁਣ ਇੱਕ ਆਦਤ ਬਣ ਗਈ ਹੈ ਸੱਚ ਦੇ ਨਾਲ ਜੁੜਨਾ, ਸੱਚ ਵਿੱਚ ਜੀਣਾ। ਪਰ ਇਹ ਹੋਇਆ ਸਫਲਾ ਕਿੱਦਾਂ ਹੈ? ਇਹ ਸੰਭਵ ਕਿੱਦਾਂ ਹੋਇਆ ਹੈ? ਸੰਤਨ ਮੋਕੋ ਮਾਰਗ ਪਾਇਆ। ਹੁਣ ਕਿਹੜੇ ਸੰਤਾਂ ਨੇ ਮਾਰਗ ਪਾਇਆ? ਕੀ ਮਹਾਰਾਜ ਕਹਿ ਰਹੇ ਨੇ ਵਾਰ-ਵਾਰ? ਕਿਹੜੇ ਸੰਤਾਂ ਦਾ ਜ਼ਿਕਰ ਕਰ ਰਹੇ ਨੇ? ਕਿਹੜੇ ਭਗਤਾਂ ਦਾ ਜ਼ਿਕਰ ਕਰ ਰਹੇ ਨੇ? ਪ੍ਰਚਾਰਕਾਂ ਨੂੰ ਕਿਤੇ ਪਤਾ ਨਹੀਂ? ਸਾਰਾ ਹੀ ਪਤਾ ਹੈ, ਸਾਰਾ ਪਤਾ ਹੈ, ਪਰ ਦੱਸ ਨਹੀਂ ਹੁੰਦਾ। ਸਾਰਾ ਪਤਾ ਹੈ ਪ੍ਰਚਾਰਕਾਂ ਨੂੰ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਸੰਤਾਂ ਦੀ ਜੇ ਉਪਮਾ ਆ ਰਹੀ ਹੈ, ਭਗਤਾਂ ਦੀ ਉਪਮਾ ਆ ਰਹੀ ਹੈ ਬਾਰ-ਬਾਰ, ਉਹ ਕਿਹੜੇ ਭਗਤਾਂ ਦੀ ਆ ਰਹੀ ਹੈ? ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ, ਕਿਤੇ ਕਿਤੇ ਮਹਾਰਾਜ ਬਿਲਕੁਲ ਸਿੱਧੇ ਤੌਰ 'ਤੇ ਨਾਮ ਲੈ ਕੇ ਗੱਲ ਕਰਦੇ ਨੇ, ਕਿਤੇ ਜਿੱਥੇ ਨਾਮ ਨਹੀਂ ਲਿਆ ਉੱਥੇ ਸਿੱਧਾ ਇਹਨਾਂ ਨੂੰ ਭਗਤ ਜਨਾ ਕਿਹਾ ਗਿਆ ਹੈ ਜਾਂ ਸੰਤ ਜਨਾ ਕਿਹਾ ਗਿਆ ਹੈ। ਦੇਖੋ ਅੱਗੇ ਸਤਿਗੁਰਾਂ ਦੀ ਬਾਣੀ ਦਾ ਫੈਸਲਾ, ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਹੈ ਮੇਰੀ ਜਿੰਦੜੀਏ, ਭਗਤ ਜਨਾ ਕੀ ਬਾਣੀ ਅੰਮ੍ਰਿਤ ਹੈ, ਅੰਮ੍ਰਿਤ ਰੂਪੀ ਬਾਣੀ ਹੈ, ਮਨ ਸੁਣੀਏ ਹਰ ਲਿਵ ਲਾਏ ਰਾਮ। ਜਦੋਂ ਅੰਮ੍ਰਿਤ ਬਾਣੀ ਭਗਤ ਜਨਾ ਕੀ ਮਨ ਸੁਣ ਲੈਂਦਾ ਹੈ, ਭਾਵ ਜਦੋਂ ਸੱਚ ਸੁਣ ਲੈਂਦਾ ਹੈ, ਸੱਚ ਨੂੰ ਸਮਝ ਲੈਂਦਾ ਹੈ, ਅਤੇ ਫਿਰ ਜਿਹੜਾ ਮਨ ਹੈ ਜਦੋਂ ਮੰਨ ਲੈਂਦਾ ਹੈ ਨਾ, ਫਿਰ ਹਰੀ ਦੇ ਨਾਲ ਲਿਵ ਲੱਗ ਜਾਂਦੀ ਹੈ, ਉਸ ਪ੍ਰਭੂ ਦੇ ਨਾਲ ਲਿਵ ਲੱਗ ਜਾਂਦੀ ਹੈ। ਹੁਣ ਇਹ ਤਾਂ ਮੈਂ ਪਿਆਰਿਓ ਤੁਹਾਨੂੰ ਸਿਰਫ ਕੁਝ ਪੰਕਤੀਆਂ ਜਾਂ ਕੁਝ ਸ਼ਬਦ ਸੁਣਾਏ ਨੇ, ਪਰ ਪੂਰਾ ਗੁਰੂ ਗ੍ਰੰਥ ਸਾਹਿਬ ਇਹੋ ਜਿਹੀਆਂ ਪੰਕਤੀਆਂ ਦੇ ਨਾਲ ਭਰਿਆ ਪਿਆ ਹੈ, ਇਹੋ ਜਿਹੇ ਸ਼ਬਦਾਂ ਦੇ ਨਾਲ। ਹੁਣ ਮੈਂ ਪੁੱਛਣਾ ਚਾਹੁੰਦਾ ਹਾਂ, ਉਹ ਜੋ ਸਾਡੇ ਵਰਗੇ ਪ੍ਰਚਾਰਕ ਇਹ ਗੱਲ ਆਖਦੇ ਨੇ ਕਿ ਬਾਣੀ ਬਰਾਬਰ ਨਹੀਂ ਹੈ ਭਗਤਾਂ ਦੀ, ਗੁਰੂਆਂ ਦੀ, ਮੈਂ ਹੁਣ ਪੁੱਛਣਾ ਚਾਹੁੰਦਾ ਹੁਣ ਪ੍ਰਚਾਰਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਬਾਣੀ ਬਰਾਬਰ ਨਹੀਂ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਜਾਂ ਸਾਨੂੰ ਇਹ ਫੈਸਲਾ ਦੇਣ ਦਾ ਕੀ ਹੱਕ ਹੈ? ਇਹ ਗੱਲ ਕਰਨ ਦਾ ਕੀ ਹੱਕ ਹੈ ਕਿ ਭਗਤਾਂ ਦੀ ਬਾਣੀ ਗੁਰੂਆਂ ਦੀ ਬਾਣੀ ਦੇ ਬਰਾਬਰ ਨਹੀਂ? ਹਾਲਾਂਕਿ ਜਦ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ, ਦੂਜੇ, ਤੀਜੇ ਸਰੂਪ, ਪੰਜਵੇਂ ਸਰੂਪ ਵਿੱਚ ਆ ਕੇ ਬਾਰ-ਬਾਰ ਉਹਨਾਂ ਦੀ ਵਡਿਆਈ ਕੀਤੀ ਹੈ, ਉਹਨਾਂ ਦੀ ਬਾਣੀ ਨੂੰ ਉੱਤਮ ਕਿਹਾ ਗਿਆ ਹੈ, ਉਹਨਾਂ ਦੀ ਬਾਣੀ ਨੂੰ ਮਹਾਨ ਕਿਹਾ ਗਿਆ ਹੈ, ਕੀ ਤੁਹਾਡੀ ਸੋਚ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਨਾਲੋਂ ਵੱਡੀ ਹੋ ਗਈ ਹੈ? ਜਾਂ ਸਾਡੀ ਸੋਚ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਨਾਲੋਂ ਵੱਡੀ ਹੋ ਗਈ ਹੈ? ਮਹਾਰਾਜ ਤਾਂ ਵਾਰ-ਵਾਰ ਉਹਨਾਂ ਦੀ ਵਡਿਆਈ ਕਰ ਰਹੇ ਨੇ ਅਤੇ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੀ ਬਾਣੀ ਉਹਨਾਂ ਦੇ ਬਰਾਬਰ ਨਹੀਂ। ਇੱਕ ਵਾਰ ਮੈਂ ਫਿਰ ਇੱਥੇ ਰਿਪੀਟ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੀ ਗੁਰੂ ਸਾਹਿਬਾਨ ਦੀ ਬਾਣੀ ਹੈ, ਉਸ ਬਾਣੀ ਵਿੱਚ ਬਹੁਤ ਪੰਕਤੀਆਂ ਇਹੋ ਜਿਹੀਆਂ ਨੇ ਜਿਹੜੀਆਂ ਸੇਮ ਟੂ ਸੇਮ ਇਸ ਤਰ੍ਹਾਂ ਲੱਗਦੀਆਂ ਨੇ ਜਿਸ ਤਰ੍ਹਾਂ ਸਤਿਗੁਰ ਕਬੀਰ, ਸਤਿਗੁਰ ਨਾਮਦੇਵ, ਸਤਿਗੁਰ ਰਵਿਦਾਸ ਮਹਾਰਾਜ ਦੀ ਬਾਣੀ ਦੀਆਂ ਪੰਕਤੀਆਂ ਹੁੰਦੀਆਂ ਨੇ। ਬਾਣੀ ਉਚਾਰਨ ਦਾ ਤਰੀਕਾ ਵੀ ਉਹੀ ਹੈ। ਅਤੇ ਮੈਂ ਇਹੋ ਜਿਹੇ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਸਮਾਜ ਪਹਿਲਾਂ ਹੀ ਬੜਾ ਦੋ ਫਾੜ ਹੋ ਚੁੱਕਾ ਹੈ। ਅਸੀਂ ਪਹਿਲਾਂ ਹੀ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਸਕਦੇ, ਰਲ ਕੇ ਨਹੀਂ ਬੈਠ ਸਕਦੇ, ਅਤੇ ਤੁਸੀਂ ਇੱਦਾਂ ਦੀਆਂ ਗੱਲਾਂ ਕਰਕੇ ਹੋਰ ਸਮਾਜ ਵਿੱਚ ਫਰਕ ਨਾ ਪਾਓ, ਹੋਰ ਮਨਾਂ ਵਿੱਚ ਫਰਕ ਨਾ ਪਾਓ। ਜਿਹੜਾ ਵੀ ਕੋਈ ਇੱਦਾਂ ਦੀ ਤੁਹਾਡੀ ਵਿਚਾਰ ਸੁਣੇਗਾ ਉਹਦੇ ਮਨ ਨੂੰ ਕਿੰਨੀ ਠੇਸ ਪਹੁੰਚੇਗੀ ਕਿ ਤੁਸੀਂ ਆਖਦੇ ਹੋ ਕਿ ਬਾਣੀ ਬਰਾਬਰ ਨਹੀਂ। ਮੈਂ ਇੱਕ ਗੱਲ ਆਖਦਾ ਹੁੰਦਾ ਪਿਆਰਿਓ ਕਿ ਜਿਹੜੇ ਅੱਜ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਵੱਖ ਬਣ ਗਏ ਨੇ ਜਾਂ ਰਾਮਗੜ੍ਹੀਆਂ ਦੇ ਗੁਰੂ ਘਰ ਵੱਖ ਬਣ ਗਏ ਨੇ ਨਾ, ਅਲੱਗ ਬਣ ਗਏ ਨੇ, ਇਹ ਕੋਈ ਸ਼ੌਂਕ ਨਹੀਂ ਸੀ ਕਿਸੇ ਦਾ ਗੁਰੂ ਘਰ ਵੱਖ ਬਣਾਉਣ ਦਾ। ਇਹ ਸ਼ੌਂਕ ਨਹੀਂ, ਇਹ ਮਜਬੂਰੀ ਸੀ, ਕਿਉਂਕਿ ਮਜਬੂਰ ਕੀਤਾ ਗਿਆ ਹੈ ਵੱਖ ਘਰ ਬਣਾਉਣ 'ਤੇ, ਕਿਉਂਕਿ ਮਜਬੂਰ ਕੀਤਾ ਗਿਆ, ਧੱਕੇ ਦੇ ਕੇ ਕੱਢਿਆ ਗਿਆ ਹੈ, ਤਾਂ ਗੁਰੂ ਘਰ ਵੱਖ ਬਣੇ ਨੇ, ਹੋਰ ਕਿਸੇ ਦਾ ਕੋਈ ਸ਼ੌਂਕ ਨਹੀਂ ਸੀ। ਫਰਕ ਕੀਤੇ ਨੇ ਇਹੋ ਜਿਹੇ ਪ੍ਰਚਾਰਕਾਂ ਨੇ, ਇਹੋ ਜਿਹੇ ਰਾਈਟਰਾਂ ਨੇ ਫਰਕ ਕੀਤੇ ਨੇ। ਇੱਕ ਹੋਰ ਗੱਲ, ਜੇਕਰ ਘਰ ਦੇ ਵਿੱਚ ਪਿਓ ਨੂੰ ਪਿਓ ਦਾ, ਚਾਚੇ ਨੂੰ ਚਾਚੇ ਦਾ, ਤਾਏ ਨੂੰ ਤਾਏ ਦਾ, ਭਰਾ ਨੂੰ ਭਰਾ ਦਾ ਸਤਿਕਾਰ ਮਿਲੇ, ਘਰ ਵਿੱਚ ਕਦੇ ਦੋ ਫਾੜ ਨਹੀਂ ਹੁੰਦੀ, ਇੱਕ ਮੁੱਠ ਰਹਿੰਦਾ ਹੈ ਘਰ। ਜਦੋਂ ਅਸੀਂ ਇੱਕ ਨੂੰ ਉਹ ਤਾਂ ਚੁੱਕ ਕੇ ਦੂਸਰੇ ਨੂੰ ਨੀਵਾਂ ਦਿਖਾਲਣ ਦੀ ਕੋਸ਼ਿਸ਼ ਕਰਦੇ ਹਾਂ, ਇਗਨੋਰ ਕਰਦੇ ਹਾਂ, ਤਾਂ ਫਿਰ ਹੀ ਘਰ ਵਿੱਚ ਕਲੇਸ਼ ਪੈਂਦੇ ਨੇ। ਅਤੇ ਅਸੀਂ ਵੀ ਇਹ ਜਿਹੜਾ ਸਿੱਖੀ ਦਾ ਘਰ ਹੈ ਨਾ, ਸਿੱਖੀ ਦਾ ਘਰ ਅਸਲ ਵਿੱਚ ਦੇਖੋ, ਜਦੋਂ ਅਸੀਂ ਘਰ ਬਣਾਉਂਦੇ ਹਾਂ ਨਾ, ਜਿਹੜੀ ਤਾਂ ਬਨੇਰੇ ਦੀ ਇੱਟ ਹੁੰਦੀ ਹੈ,
ਜਿਹੜਾ ਘਰ ਹੁੰਦਾ, ਘਰ ਦੇ ਬਨੇਰੇ ਦੀ ਇੱਟ ਤਾਂ ਸਾਰੇ ਦੇਖ ਲੈਂਦੇ ਨੇ, ਪਰ ਜਿਹੜੀ ਨੀਂਹ ਦੀ ਇੱਟ ਹੁੰਦੀ ਹੈ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਇਹ ਜਿਹੜਾ ਸਿੱਖੀ ਦਾ ਮਹਿਲ ਹੈ, ਸਿੱਖੀ ਦਾ ਘਰ ਹੈ ਜਿਹੜਾ, ਇਹਦੀ ਨੀਂਹ ਦੀਆਂ ਇੱਟਾਂ ਨੇ, ਸਿੱਖੀ ਦੀ ਨੀਂਹ ਦੀਆਂ ਇੱਟਾਂ ਨੇ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਮਹਾਰਾਜ। ਇਹ ਆਦਿ ਮਹਾਂਪੁਰਸ਼, ਇਹ ਸਿੱਖੀ ਦੀ ਨੀਂਹ ਦੀਆਂ ਇੱਟਾਂ ਨੇ, ਇਹ ਵਜੂਦ ਨੇ ਸਿੱਖੀ ਦਾ। ਸਿੱਖੀ ਇਹਨਾਂ ਤੋਂ ਆਰੰਭ ਹੁੰਦੀ ਹੈ। ਜਿਹੜੀ ਕ੍ਰਾਂਤੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਚੱਲੇ, ਉਹ ਕ੍ਰਾਂਤੀ ਇਹਨਾਂ ਤੋਂ ਆਰੰਭ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹੀ ਸੋਚ ਅਗਾਂਹ ਲੈ ਕੇ ਤੁਰੇ ਨੇ। ਪਤਾ ਨਹੀਂ ਕਿਉਂ ਪ੍ਰਚਾਰਕ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਸਾਰਾ ਕੁਝ ਕਲੀਅਰ ਹੈ, ਪਰ ਇਹਨਾਂ ਦਾ ਹਿੰਮਤ ਨਹੀਂ ਪੈਂਦੀ ਕਿ ਅਸੀਂ ਇਹ ਗੱਲ ਨੂੰ ਐਕਸੈਪਟ ਕਰੀਏ, ਅਸੀਂ ਇਹ ਗੱਲ ਨੂੰ ਅਗਾਂਹ ਲੈ ਕੇ ਚੱਲੀਏ, ਅਸੀਂ ਇਹ ਗੱਲ ਨੂੰ ਲੋਕਾਂ ਨੂੰ ਵੀ ਦੱਸੀਏ ਕਿ ਇਹ ਸਿੱਖੀ ਜਿਹੜੀ ਹੈ ਇਹ ਤਾਂ ਸਤਿਗੁਰ ਕਬੀਰ ਦਾ, ਸਤਿਗੁਰ ਕਬੀਰ, ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ ਮਹਾਰਾਜ ਤੋਂ ਸ਼ੁਰੂ ਹੋ ਗਈ ਸੀ। ਪਰ ਨਹੀਂ, ਜਿਨ੍ਹਾਂ ਦੀ ਸੋਚ ਇਹੋ ਜਿਹੀ ਹੋ ਸਕਦੀ ਹੈ ਕਿ ਜਿਹੜੇ ਅੱਜ ਤੱਕ ਇਹੀ ਕਹਿ ਰਹੇ ਨੇ ਕਿ ਬਾਣੀ ਬਰਾਬਰ ਨਹੀਂ ਹੋ ਸਕਦੀ ਭਗਤਾਂ ਦੀ, ਗੁਰੂਆਂ ਦੀ ਬਾਣੀ ਦੇ, ਉਹਨਾਂ ਨੇ ਇਹ ਗੱਲ ਕਿੱਥੇ ਐਕਸੈਪਟ ਕਰਨੀ ਹੈ। ਉਹ ਤਾਂ ਚਾਹੁੰਦੇ ਨੇ ਕਿ ਸਮਾਜ ਵਿੱਚ ਬਸ ਪਾੜਾ ਪਿਆ ਰਹੇ, ਸਮਾਜ ਕਦੇ ਇਕੱਠਾ ਹੋ ਕੇ ਬੈਠੇ ਨਾ। ਇਸ ਲਈ ਮੇਰੀ ਬੇਨਤੀ ਹੈ, ਇਹੀ ਮੈਂ ਅੱਜ ਤੁਹਾਡੇ ਨਾਲ ਬੇਨਤੀਆਂ ਕਰਨੀਆਂ ਸੀ। ਜੇ ਕੋਈ ਮੇਰਾ ਲਫ਼ਜ਼ ਕਿਸੇ ਨੂੰ ਗਲਤ ਲੱਗਾ ਹੋਵੇ ਤਾਂ ਮੈਂ ਹੱਥ ਜੋੜ ਕੇ ਮਾफ़ੀ ਮੰਗਦਾ। ਪਰ ਮੈਂ ਫਿਰ ਆਖਦੇ ਹਾਂ ਕਿ ਬਾਣੀ ਚਾਹੇ ਗੁਰੂ ਸਾਹਿਬਾਨਾਂ ਦੀ ਹੈ ਜਾਂ ਫਿਰ ਚਾਹੇ ਬਾਣੀ ਜੋ ਭਗਤ ਸਰਲੇਖ ਹੇਠ ਆਉਂਦੀ ਹੈ ਉਹਨਾਂ ਦੀ ਹੈ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਨਾਮਦੇਵ ਆਦਿਕ ਦੀ ਹੈ। ਬਾਣੀ ਸਾਰੀ ਇੱਕ ਹੈ, ਬਾਣੀ ਸੱਚ ਦੀ ਹੈ, ਇੱਕ ਉਸ ਅਕਾਲ ਪੁਰਖ ਦੀ ਹੈ। ਉਸ ਅਕਾਲ ਪੁਰਖ ਦੇ ਬੋਲ ਨੇ, ਸੱਚ ਦੇ ਨਾਲ ਜੋੜਦੀ ਹੈ, ਸੱਚ ਦੀ ਇਹ ਹੂਕ ਹੈ, ਸੱਚ ਦੀ ਇੱਕ ਪੁਕਾਰ ਹੈ। ਅਤੇ ਜਿੰਨੇ ਵੀ ਇਹ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਜਿੰਨੇ ਵੀ ਇਹ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਇਹ ਸਭ ਇੱਕ ਦਰਜੇ ਦੇ ਨੇ। ਇੱਕੋ ਹੀ ਇਹਨਾਂ ਦਾ ਲੈਵਲ ਹੈ, ਇੱਕੋ ਇਹਨਾਂ ਦੀ ਸੋਚ ਹੈ, ਅਤੇ ਇੱਕ ਹੀ ਇਹਨਾਂ ਦਾ ਸਿੰਘਾਸਨ ਹੈ। ਕਿਹੜਾ? ਅਬ ਤੋਂ ਜਾਇ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੇ ਪਛਾਣੀ। ਇਹ ਉਸ ਸਿੰਘਾਸਨ 'ਤੇ ਬੈਠ ਗਏ ਨੇ ਸਾਰੇ ਜਾ ਕੇ। ਪਰ ਅਸੀਂ ਮੂਰਖ ਹਾਂ ਜਿਹੜੇ ਅਸੀਂ ਇਹਨਾਂ ਨੂੰ ਵੱਖ ਵੱਖ ਦੇਖ ਰਹੇ ਹਾਂ। ਹਾਲੇ ਵੀ ਇਹਨਾਂ ਦੇ ਨਾਮ 'ਤੇ ਵੰਡੀਆਂ ਪਾ ਕੇ ਅਸੀਂ ਆਪਸ ਵਿੱਚ ਕਲੇਸ਼ ਕਰੀ ਜਾ ਰਹੇ ਹਾਂ। ਅਤੇ ਪਿਆਰਿਓ, ਇਹੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਤਾਂ ਜੋ ਆਪਾਂ ਇਸ ਤਰ੍ਹਾਂ ਦੀ ਵਿਚਾਰ ਕੋਈ ਨਾ ਕੋਈ ਤੁਹਾਡੇ ਨਾਲ ਸ਼ੇਅਰ ਕਰੀਏ। ਅਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨੀ। ਮੈਂ ਚਾਹੁੰਦਾ ਕਿ ਇਹ ਵੀਡੀਓ ਉੱਦਾਂ ਦੇ ਪ੍ਰਚਾਰਕਾਂ ਤੱਕ ਜ਼ਰੂਰ ਜਾਵੇ ਜਿਹੜੇ ਹਾਲੇ ਵੀ ਇਹ ਗੱਲ ਮੰਨਦੇ ਨੇ ਕਿ ਬਾਣੀ ਬਰਾਬਰ ਨਹੀਂ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ, ਕਿਸੇ ਅਗਲੇ ਵਿਸ਼ੇ ਦੇ ਨਾਲ, ਟੌਪਿਕ ਦੇ ਨਾਲ। ਸਤਿ ਸ਼੍ਰੀ ਅਕਾਲ। ਜੈ ਗੁਰੂਦੇਵ।